ਜਵਾਬ ਥੋੜਾ ਬਰੀਫ ਰੱਖਿਓ, ਆਪਣੇ ਕੋਲੇ ਸਭਾ ਘੱਟ ਹੈ, ਮੈਂ ਫਟਾਫਟ ਗੱਲ ਕਰਨੀ ਚਾਹੁੰਦਾ। ਹਾਂ, ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਡਿਬੇਟ, ਇਹਨਾਂ ਦਾ ਇਸ਼ੂ ਕੀ ਹੈ, ਕੀ ਕਰ ਰਹੇ ਨੇ। ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਇਨਵੀਟੇਸ਼ਨ ਹੈ ਇਹ ਕੋਈ ਬੀਜੇਪੀ ਪਾਰਟੀ ਦੇ ਵੱਲੋਂ ਨਹੀਂ ਗਿਆ ਤੇ ਨਾ ਹੀ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਗਿਆ। ਇਹ ਸੈਕਟਰੀਏਟ ਆਫ ਦਾ ਪਾਰਲੀਮੈਂਟ ਦੇ ਵੱਲੋਂ ਇਨਵਾਈਟ ਗਿਆ ਤੇ ਸੈਕਟਰੀਏਟ ਆਫ ਦਾ ਪਾਰਲੀਮੈਂਟ ਦੇ ਵਿੱਚ ਹੁਣ ਕਿਹੜੇ ਤਰੀਕੇ ਦੇ ਨਾਲ ਉਹ ਉਸ ਡਿਸੀਜਨ ਦੇ ਉੱਤੇ ਪਹੁੰਚੇ ਨੇ, ਸਾਨੂੰ ਤੁਹਾਨੂੰ ਮੈਨੂੰ ਸਾਰਿਆਂ ਨੂੰ ਕੀ ਪਤਾ ਹੈ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਦੇ ਨਾਲ ਗੱਲ ਕੀਤੀ ਕਿ ਨਹੀਂ ਕੀਤੀ। ਇਹ ਵੀ ਤੇ ਹੋ ਸਕਦਾ ਹੈ ਕਿ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਪੁੱਛਿਆ ਹੋਵੇ, ਪ੍ਰੈਜ਼ੀਡੈਂਟ ਨੇ ਕਹਿਤਾ ਹੋਵੇ ਕਿ ਚਲੋ ਤੁਸੀਂ ਪ੍ਰਾਈਮ ਮਿਨਿਸਟਰ ਕੋਲੋਂ ਕਰਾ ਲਓ, ਸਾਨੂੰ ਤੇ ਪਤਾ ਨਹੀਂ ਨਾ। ਇਹ ਸਾਰੇ ਖੜੇ ਨੇ ਪ੍ਰੈਜ਼ੀਡੈਂਟ ਦੇ ਨਾਲ, ਪ੍ਰੈਜ਼ੀਡੈਂਟ ਨੇ ਇਹਨਾਂ ਦੀ ਸਪੋਰਟ ਮੰਗੀ ਹੈ। ਤੁਸੀਂ ਵਿਦਆਊਟ ਦਾ ਪ੍ਰੈਜ਼ੀਡੈਂਟ ਆਸਕਿੰਗ ਫॉर ਐਨੀ ਸਪੋਰਟ ਤੁਸੀਂ ਐਵੇਂ ਸ਼ੋਰ ਮਚਾਈ ਜਾ ਰਹੇ ਹੋ ਇੱਥੇ ਆ ਕੇ ਕਿ ਕੀ ਹੈ ਕੀ ਨਹੀਂ ਹੈ। ਇੰਟਰਨਲੀ ਜਿਹੜਾ ਸੈਕਟਰੀਏਟ ਦੇ ਵਿੱਚ ਓਮ ਬਿਰਲਾ ਸਾਹਿਬ is also beyond politics because he is the speaker। ਸੋ ਜਿਹੜੇ ਨਾਨ ਪੋਲੀਟੀਕਲ ਹੈਗੇ ਨੇ ਪੂਰੇ ਸੈਕਟਰੀਏਟ ਆਫ ਦਾ ਪਾਰਲੀਮੈਂਟ, ਪ੍ਰੈਜ਼ੀਡੈਂਟ ਓਮ ਬਿਰਲਾ, ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਸੋਚਿਆ, ਇਹਨਾਂ ਤੇ ਇਨਵਾਈਟ ਦਿੱਤਾ ਇੱਕ ਪ੍ਰਾਈਮ ਮਿਨਿਸਟਰ ਨੂੰ, ਪ੍ਰਾਈਮ ਮਿਨਿਸਟਰ ਨੇ ਇਨਵਾਈਟ ਐਕਸੈਪਟ ਕਰ ਲਿਆ ਤੇ ਪ੍ਰੈਜ਼ੀਡੈਂਟ ਨੇ ਕੁਝ ਕਿਹਾ ਨਹੀਂ ਉਹਦੇ ਬਾਰੇ। ਹੁਣ ਇਹਨਾਂ ਦਾ ਜਿਹੜਾ ਪੇਡ ਮੀਡੀਆ ਹੈਗਾ ਉਹ ਲਿਖੀ ਜਾ ਰਿਹਾ ਪ੍ਰੈਜ਼ੀਡੈਂਟ ਮਸਟ ਰਿਜ਼ਾਈਨ, ਪ੍ਰੈਜ਼ੀਡੈਂਟ ਮਸਟ ਰਿਜ਼ਾਈਨ। ਪ੍ਰੈਜ਼ੀਡੈਂਟ ਨੇ ਤੇ ਕੁਝ ਕਿਹਾ ਹੀ ਨਹੀਂ, ਬਾਈ ਵਿਲ ਸ਼ੀ ਰਿਜ਼ਾਈਨ ਹੈ। ਤੇ ਅਸੀਂ ਪ੍ਰੈਜ਼ੀਡੈਂਟ ਨੂੰ ਇਹਦੇ ਮਾਨ ਸਤਿਕਾਰ ਦੇ ਨਾਲ ਬਣਾਇਆ। ਜਦੋਂ ਅਸੀਂ ਬਣਾਉਣਾ ਚਾਹੁੰਦੇ ਸੀ ਪ੍ਰੈਜ਼ੀਡੈਂਟ ਨੂੰ ਮਾਨ ਸਤਿਕਾਰ, ਐਸਾ ਮਾਨ ਸਤਿਕਾਰ ਤੇ ਕਾਂਗਰਸ ਨੇ ਕਦੀ ਪ੍ਰੈਜ਼ੀਡੈਂਟ ਨੂੰ ਦਿੱਤਾ ਹੀ ਨਹੀਂ ਹੈ। ਤੁਹਾਨੂੰ ਪਤਾ ਹੀ ਹੈ, ਇੱਕ ਟਾਈਮ ਸੀਗਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦਾ, ਹੀ ਵਾਸ ਦਾ ਜੈਂਟਲਮੈਨ, ਉਹਨਾਂ ਦੇ ਨਾਲ ਅੱਛਾ ਟਾਈਮ ਕੱਟ ਕੇ ਚਲੇ ਗਏ ਪ੍ਰੈਜ਼ੀਡੈਂਟ ਅਬਦੁਲ ਕਲਾਮ, ਨਹੀਂ ਤਾਂ ਇਹ ਤੇ ਦੁਰਦਸ਼ਾ ਕਰ ਦਿੰਦੇ। ਚਲੋ ਠੀਕ ਹੈ, ਮੇਰਾ ਸਵਾਲ ਇਹ ਹੈ ਆਲੂਵਾਲੀਆ ਸਾਹਿਬ ਕਿ ਕੀ ਕੋਈ ਬਦਲ ਹੈਗਾ ਕਿ ਵਿਰੋਧ ਦਾ ਤਰੀਕਾ ਸਿਰਫ ਇਹੀ ਹੈ ਕਿ ਬਸ ਉਹਦੇ ਚ ਪਾਰਟਿਸਿਪੇਟ ਨਹੀਂ ਕਰਨਾ, ਬਾਈਕਾਟ ਕੀਤਾ ਜਾਵੇ, ਜਾਂ ਕੋਈ ਹੋਰ ਬਦਲ ਵੀ ਹੈ ਇਹਨਾਂ ਚੀਜ਼ਾਂ ਨੂੰ ਅੱਗੇ ਤੱਕ ਕਨਵੇ ਕਰਨ ਦਾ? ਦੇਖੋ ਇੱਦਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਨੇ ਇਹਨਾਂ ਨੇ ਬੜੀ ਵਧੀਆ ਗੱਲ ਕਹਿਤੀ। ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਪ੍ਰਾਈਮ ਮਿਨਿਸਟਰ ਨੇ ਕੀਤਾ, ਭੂਮੀ ਪੂਜਨ ਉਹ ਕਰ ਗਏ, ਉਹ ਕਹਿੰਦੇ ਸਾਨੂੰ ਪਤਾ ਨਹੀਂ, ਉਹਨਾਂ ਦੀ ਕਿਸੇ ਨੇ ਡਿਊਟੀ ਲਾਤੀ, ਉਹ ਚਲੇ ਗਏ। ਜਿਹੜੀ ਗੱਲਾਂ ਇਹ ਕਰਦੇ ਨੇ ਸਾਨੂੰ ਤਾਂ ਸਮਝ ਨਹੀਂ ਆਉਂਦੀ। ਇਹਨਾਂ ਨੂੰ ਪਤਾ ਹੀ ਨਹੀਂ ਕਿ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕਰ ਲਿਆ ਗਿਆ, ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਭੂਮੀ ਪੂਜਨ ਕਰੇ ਨਾਲ। ਤੁਹਾਨੂੰ ਇਹ ਤਾਂ ਪਤਾ ਲੱਗਿਆ ਵੀ ਕਿਹਦੀ ਬਿਲਡਿੰਗ ਇਨੋਗਰੇਟ ਹੋ ਰਹੀ ਹੈ। ਦੂਜੀ ਗੱਲਾਂ ਜਿਹੜੀਆਂ ਬਾਰ-ਬਾਰ ਘੁਮਾ ਭੂਮੀ ਪੂਜਨ ਦਾ ਜ਼ਿਕਰ ਕਰ ਰਹੇ, ਤੁਸੀਂ ਆਪਣੀ ਗੱਲ ਸਪਸ਼ਟ ਕਰ ਦਿਓ। ਇੱਕ ਸੈਕਿੰਡ ਆਲੂਵਾਲੀਆ, ਮੈਂ ਇਹਨਾਂ ਨੂੰ ਕਹਿੰਦਾ ਕਿ ਹਰ ਇੱਕ ਚੀਜ਼ ਇਹਨਾਂ ਦੇ ਇੱਕਦਮ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਕੋਲੋਂ ਵਾਚ ਉਹ ਇਹ ਕਹਿ ਰਹੇ ਆ। ਇੱਕ ਸੈਕਿੰਡ ਮੈਂ ਕਰ ਦਿੰਦਾ ਦੀ ਗੱਲ ਹੀ ਨਹੀਂ ਕੀਤੀ ਜੈ ਬੰਸ ਜੀ। ਉਹ ਇਹ ਕਹਿ ਰਹੇ ਆ ਵੀ ਹੋ ਸਕਦਾ ਇਨਵਾਈਟ ਕੀਤਾ ਹੋਵੇ, ਉਹਨਾਂ ਦੇ ਉਹ ਨਹੀਂ ਅਵੇਲੇਬਲ ਹੋਣ ਤਾਂ ਉਹਨਾਂ ਨੇ ਮਨਾ ਕਰਤਾ ਹੋਵੇ ਜਾਂ ਉਹਨਾਂ ਦੀ ਅਵੇਲੇਬਿਲਿਟੀ ਨਾ ਹੋਵੇ। ਉਹ ਇਹ ਗੱਲ ਕਰ ਰਹੇ ਆ, ਭੂਮੀ ਪੂਜਨ ਦੀ ਗੱਲ ਨਹੀਂ। ਠੀਕ ਹੈ, ਤੁਹਾਡੀ ਗੱਲ ਕਲੀਅਰ, ਮੈਂ ਕਰਤੀ ਕਲੀਅਰ। ਤੁਸੀਂ ਜਿਹੜੀ ਗੱਲਾਂ ਕਰਦੇ ਹੋ ਪਾਸੇ ਚਲੇ ਜਾ ਰਹੇ ਨੇ, ਕੀ ਕਰੀ ਗੱਲਾਂ ਕਰ ਰਹੇ ਨੇ। ਇਨੋਗ੍ਰੇਸ਼ਨ ਕਾਰਡ ਵੀ ਬਣਾਉਂਦੇ ਹੋ, ਨਹੀਂ ਤੁਹਾਡੀ ਕੋਈ ਗਲਤੀ ਨਹੀਂ ਹੈ, ਤੁਹਾਨੂੰ ਇਹ ਖੁਦ ਨਹੀਂ ਪਤਾ ਹੁੰਦਾ। ਠੀਕ ਕਹਿ ਰਹੇ ਹੋ, ਉਹ ਸਿਰਫ ਭਾਰਤੀ ਜਨਤਾ ਪਾਰਟੀ ਦੋ ਹੀ ਬੰਦਿਆਂ ਨੂੰ ਪਤਾ ਹੁੰਦਾ, ਜਾਂ ਨਰਿੰਦਰ ਮੋਦੀ ਜੀ ਨੂੰ ਜਾਂ ਸ਼ਾਹ ਜੀ ਨੂੰ, ਅਮਿਤ ਸ਼ਾਹ ਜੀ ਨੂੰ, ਹੋਰ ਕਿਸੇ ਨੂੰ ਪਤਾ ਨਹੀਂ ਹੁੰਦਾ। ਜਿਹੜੀ ਇਹ ਦੂਜੀ ਗੱਲ ਬਾਰ-ਬਾਰ ਡਿਸਕਸ਼ਨ ਦੇ ਉੱਤੇ ਇਹ ਕਹਿੰਦੇ ਜੀ ਕਾਂਗਰਸ ਨੇ ਕੀਤਾ ਸੀ। ਜੇ ਕਾਂਗਰਸ ਨੇ ਕੋਈ ਗੱਲ ਕੀਤੀ ਸੀ ਤੇ ਉਹ ਗੱਲ ਤੁਹਾਡੀ ਵੀ ਕਰਨੀ ਜ਼ਰੂਰੀ ਹੈ। ਜੇ ਕਾਂਗਰਸ ਨੇ ਇੰਦਰਾ ਗਾਂਧੀ ਜੀ ਤੋਂ ਜਾਂ ਰਾਹੁਲ ਗਾਂਧੀ ਜੀ ਤੋਂ ਜਾਂ ਰਾਜੀਵ ਗਾਂਧੀ ਤੋਂ ਕਰਾ ਲਿਆ ਤੇ ਇਹਦਾ ਮਤਲਬ ਵੀ ਨਰਿੰਦਰ ਮੋਦੀ ਤੋਂ ਵੀ ਕਰਾਉਣਾ ਜ਼ਰੂਰੀ ਹੈ। ਇਹ ਗੱਲਾਂ ਇਹੋ ਜਿਹੀਆਂ ਨਾ ਕਰਿਆ ਕਰੋ ਕਿ ਜੇ ਕਾਂਗਰਸ ਨੇ ਕੋਈ ਗਲਤ ਕੰਮ ਕੀਤਾ ਵੀ ਤੁਸੀਂ ਵੀ ਠੇਕਾ ਲਿੱਤਾ ਉਹੀ ਗਲਤ ਕੰਮ ਕਰੋਗੇ। ਅੱਜ ਟਾਈਮ ਹੈਗਾ ਕਿ ਆਪਾਂ ਗੱਲ ਕਰ ਰਹੇ ਹਾਂ ਕਿਸ ਚੀਜ਼ ਦੀ, ਆਪਾਂ ਗੱਲ ਕਰ ਰਹੇ ਹਾਂ ਟੈਂਪਲ ਆਫ ਡੈਮੋਕ੍ਰੇਸੀ ਦੀ, ਉਹਦੀ ਗੱਲ ਕਰੀਏ। ਤੁਸੀਂ ਕਹਿੰਦੇ ਹੋ ਜੀ ਅਰਵਿੰਦ ਜੀ ਜਾ ਕੇ ਕਰਿੰਦੇ ਸਕੂਲ, ਅਰਵਿੰਦ ਜੀ ਜਾ ਕੇ ਉਹ ਕਰਿੰਦੇ, ਤੁਸੀਂ ਇੰਨੀਆਂ ਚੀਜ਼ਾਂ ਇਨੋਗਰੇਟ ਕਰਦੇ ਰਹੇ, ਅਸੀਂ ਕਦੀ ਕੁਝ ਨਹੀਂ ਕਹਿੰਦੇ। ਲੇਕਿਨ ਟੈਂਪਲ ਆਫ ਡੈਮੋਕ੍ਰੇਸੀ ਦੀ ਗੱਲ ਹੈ, ਜੇ ਕੋਈ ਪੋਲੀਟੀਕਲ ਪਾਰਟੀ, ਇੱਕ ਵੀ ਪੋਲੀਟੀਕਲ ਪਾਰਟੀ ਬਾਈਕਾਟ ਕਰਦੀ ਨਾ, ਤੁਹਾਡਾ ਫਰਜ਼ ਸੀਗਾ ਕਿ ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਉਂਦੇ। ਤੁਸੀਂ ਕਿਹੜੇ ਮੈਂਬਰ ਪਾਰਲੀਮੈਂਟਸ ਨੂੰ ਬੁਲਾ ਕੇ ਸਲਾਹ ਕੀਤੀ, ਤੁਸੀਂ ਕਿਹੜਾ ਡਿਸਕਸ਼ਨ ਕੀਤਾ ਉਹਨਾਂ ਨਾਲ ਕਿ ਭਾਈ ਆਪਾਂ ਇਹ ਪ੍ਰੋਗਰਾਮ ਕਰਨਾ, ਰਲ ਮਿਲ ਕੇ ਕਰਾਂਗੇ, ਦੱਸੋ ਕੀ ਐਡਵਾਈਸ ਹੈ ਤੁਹਾਡੀ। ਤੁਹਾਡੇ ਫਰਜ਼ ਸੀਗਾ ਐਡਵਾਈਸ ਲੈਣਾ। ਇਹ ਨਾ ਕਹੋ ਕਿ ਕਾਂਗਰਸ ਨੇ ਇਦਾਂ ਕੀਤਾ ਤਾਂ ਅਸੀਂ ਇਹਦਾ ਵੀ ਕਾਂਗਰਸ ਪਹਿਲਾਂ ਲੋਕਾਂ ਦੇ ਐਮਐਲਏ ਚੱਕਦੇ ਸੀ, ਸਰਕਾਰਾਂ ਬਦਲ ਲੈਂਦੇ ਸੀ, ਇਸ ਲਈ ਅਸੀਂ ਤੁਹਾਨੂੰ ਅੱਜ ਤਕਲੀਫ ਹੈ ਕਿ ਨਵੀਂ ਸਰਕਾਰ ਆਈ, ਨਵੀਂ ਪਾਰਟੀ ਬਣੀ, ਉਹ ਨਵੀਂ ਪਾਰਟੀ ਨੇ ਪਿਛਲੇ 10 ਸਾਲਾਂ 'ਚ 2 ਸਟੇਟ 'ਚ ਸਰਕਾਰ ਬਣਾ ਲਈ, ਇਸ ਲਈ ਚਿੜੀ ਜਾਓਗੇ, ਇਸ ਲਈ ਸਾਡੇ ਤੇ ਬਲੇਮ ਕਰੀ ਜਾਓਗੇ। ਅਸੀਂ ਤੁਹਾਡੇ ਵਰਗੇ ਗਲਤ ਕੰਮ ਨਹੀਂ ਕੀਤੇ, ਇਸ ਕਰਕੇ ਪੰਜਾਬ ਦੇ ਤੇ ਦਿੱਲੀ ਦੇ ਲੋਕਾਂ ਦਾ ਪਿਆਰ ਮਿਲ ਰਿਹਾ। ਇਸ ਗੱਲ ਨੂੰ ਦੂਜੇ ਪਾਸੇ ਨਾ ਲੈ ਕੇ ਜਾਇਆ ਕਰੋ। ਤੁਹਾਡੀ ਦੇਖੋ ਡੈਮੋਕ੍ਰੇਸੀ ਨੂੰ ਉੱਤੇ ਕਿਵੇਂ ਲੱਗੇ ਹੋ, ਕਦੀ ਤੁਸੀਂ ਮਨੀਸ਼ ਸਿਸੋਦੀਆ ਜੀ ਨੂੰ ਕਹਿੰਦੇ ਹੋ, ਕਦੀ ਸਤਿੰਦਰ ਜੈਨ ਜੀ ਨੂੰ ਕਹਿੰਦੇ ਹੋ ਗਲਤ ਕੰਮ ਕੀਤੇ, ਕਦੀ ਕਹਿੰਦੇ ਹੋ ਅਰਵਿੰਦ ਜੀ ਗਲਤ ਕੰਮ ਕਰ ਰਹੇ।
ਜਿਹੜੀ ਵੀ ਗੱਲ ਹੁੰਦੀ ਹੈ ਅਸੀਂ ਖੁਦ ਜ਼ਿੰਮੇਵਾਰੀ ਨਾਲ ਪਾਰਟੀਏ ਹਾਂ ਔਰ ਜ਼ਿੰਮੇਵਾਰੀ ਨਾਲ ਸਰਕਾਰਾਂ ਚਲਾਉਂਦੇ ਹਾਂ। ਅਸੀਂ ਤੁਹਾਡੇ ਵਰਗੇ ਕੰਮ ਨਹੀਂ ਕਰਦੇ, ਪਰ ਇਹ ਐਗਜ਼ਾਮਪਲ ਦੇ ਕੇ ਕਿ ਦੂਜੀਆਂ ਪਾਰਟੀਆਂ ਕਰਦੇ ਸੀ ਇਸ ਲਈ ਅਸੀਂ ਕਰ ਰਹੇ ਹਾਂ, ਗਲਤ ਹੈ। ਤੁਹਾਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਇੱਕ ਪਾਰਟੀ ਨਹੀਂ ਕਹਿ ਰਹੀ, 20 ਪਾਰਟੀਆਂ। ਤੁਸੀਂ ਇਹ ਮੰਨਦੇ ਹੋ ਕਿ ਕਾਂਗਰਸ ਕਰਦੀ ਸੀ ਪਹਿਲੇ? ਇਹ ਤਾਂ ਕਰਦੀ ਸੀ, ਕਾਂਗਰਸ ਦੇ ਐਗਜ਼ਾਮਪਲਸ ਨੇ, ਕਾਂਗਰਸ ਦੇ ਐਗਜ਼ਾਮਪਲਸ ਹੈਗੇ ਨੇ, ਉਹਨਾਂ ਨੇ ਕੀਤੇ ਨੇ। ਭੂਮੀ ਪੂਜਨ ਲੈ ਲਓ, ਦੂਜੇ ਪਾਸੇ ਲੈ ਲਓ, ਇਹ ਨਰਿੰਦਰ ਮੋਦੀ ਜੀ ਤਾਂ ਦੋਨੋਂ ਕਰ ਰਹੇ। ਉਹ ਇੱਕ ਕਰ ਲੈਂਦੇ ਤੇ ਖੁਦ ਇੱਕ ਪ੍ਰੈਜ਼ੀਡੈਂਟ ਤੋਂ ਕਰਾ ਲੈਂਦੇ। ਕਰਾਣੇ ਦੋਨੋਂ ਹੀ ਪ੍ਰੈਜ਼ੀਡੈਂਟ ਤੋਂ ਚਾਹੀਦੇ ਸੀ, ਕਿਉਂਕਿ ਜਦ ਅਸੀਂ ਕਹਿੰਦੇ ਆ ਜਦ ਪ੍ਰੈਜ਼ੀਡੈਂਟ ਸਾਡਾ ਹੈਡ ਹੈਗਾ ਤੇ ਦੋਨੋਂ ਉਹਨਾਂ ਤੋਂ ਕਰਾਣੇ ਚਾਹੀਦੇ ਸੀ। ਹੋਰ ਜਿੰਨੀ ਮਰਜ਼ੀ ਇਨੋਗ੍ਰੇਸ਼ਨਸ ਕਰੋ, ਲੇਕਿਨ ਲੋਕ ਸਭਾ ਦੀ ਇਨੋਗ੍ਰੇਸ਼ਨ ਜਿਹੜੀ ਹੈ ਉਹ ਇਹਨਾਂ ਦੀ। ਮੇਰਾ ਜਵਾਬ ਇਹ ਹੈ, ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰਦਾ, ਰਾਜੀਵ ਗਾਂਧੀ ਜੀ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀਗਾ, ਪਾਰਲੀਮੈਂਟ ਬਿਲਡਿੰਗ ਦਾ ਨਹੀਂ। ਨੰਬਰ 1, ਨੰਬਰ 2 ਸੁਣ ਲੋ ਕਹਿੰਦੇ ਮੈਂ ਕਹਿੰਦਾ ਫਿਰ ਐਂ ਦੱਸ ਦੋ ਮੈਨੂੰ ਇੱਕ ਗੱਲ, ਮੇਰਾ ਜਵਾਬ ਲਓ ਨਾ। ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਤਾਂ ਸਟੈਂਡ ਸਪਸ਼ਟ ਕਰ ਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਨਹੀਂ ਕਹਿ ਰਹੀ ਵੀ ਕਾਂਗਰਸ ਦਾ ਸਪੋਰਟ ਚਾਹੀਦਾ ਸਾਨੂੰ? ਤੁਸੀਂ ਤਾਂ ਸਾਡੇ ਤੋਂ ਸਪੋਰਟ ਮੰਗ ਰਹੇ ਆ। ਸਪੋਰਟ ਮੰਗਣੇ ਮਤਲਬ ਤੁਹਾਡੀ ਗਲਤ ਗੱਲਾਂ ਥੋੜੀ ਮੰਨ ਲਾਂਗੇ, ਤੁਹਾਡੀ ਗਲਤ ਗੱਲਾਂ ਨਹੀਂ ਮੰਨਾਂਗੇ। ਗਲਤ ਗੱਲ, ਇੱਕ ਮਿੰਟ, ਗਲਤ ਗੱਲ ਮੈਂ ਤੁਹਾਨੂੰ ਦੱਸਦਾ ਕੀ ਹੈ। ਪਹਿਲੀ ਗੱਲ ਤਾਂ ਰਾਜੀਵ ਗਾਂਧੀ ਜੀ ਨੇ ਕੀ ਪਾਰਲੀਮੈਂਟ ਬਿਲਡਿੰਗ ਦਾ ਇਨੋਗ੍ਰੇਸ਼ਨ ਕੀਤੀ ਸੀ ਜਾਂ ਲਾਇਬ੍ਰੇਰੀ ਦੀ? ਹੁਣ ਇੰਦਰਾ ਜੀ ਤੇ ਆ ਗਏ, ਇੰਦਰਾ ਜੀ ਦਾ ਜਵਾਬ ਦੇਣਾ। ਹੁਣ ਮੈਂ ਇੰਦਰਾ ਜੀ ਦਾ ਜਵਾਬ ਦੇਣਾ, ਇੰਦਰਾ ਜੀ ਦਾ ਜਵਾਬ ਲਓ। ਹੁਣ ਇੰਦਰਾ ਗਾਂਧੀ ਜੀ ਨੇ ਨਹੀਂ ਫਾਊਂਡੇਸ਼ਨ ਸਟੋਨ ਲੇ ਡਾਊਨ ਕੀਤਾ ਸੀਗਾ, ਪ੍ਰੈਜ਼ੀਡੈਂਟ ਸਾਹਿਬ ਨੇ ਕੀਤਾ ਸੀਗਾ। ਹੁਣ ਸੁਣ ਲਓ ਇਹ ਵੀ। ਸੋ ਦੇਅਰਫੋਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਦਿੱਕਤ ਕੀ ਹੈ ਜੇ ਰਾਸ਼ਟਰਪਤੀ ਕਰਨਗੇ, ਪ੍ਰੋਬਲਮ ਕੀ ਹੈ ਤਾਂ ਸਮਝਾ ਦਿਓ ਸਾਨੂੰ, ਤਾਂ ਕਿ ਪਤਾ ਤਾਂ ਲੱਗ ਜੇ ਵੀ ਇਹ ਚੀਜ਼ ਹੁੰਦੀ ਹੈ। ਤੇ ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਪੁੱਛਦਾ ਕਿ ਸ਼੍ਰੋਮਣੀ ਅਕਾਲੀ, ਇੱਕ ਸੈਕਿੰਡ ਸੁਣ ਲਓ ਢਾਂਡਾ ਸਾਹਿਬ, ਸੁਣ ਲਓ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਅਟੈਂਪਟ ਕੀਤਾ ਨਾ, ਫੁਟਾਈਲ ਅਟੈਂਪਟ, ਸਾਨੂੰ ਪਤਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਭਾਰਤੀ ਜਨਤਾ ਪਾਰਟੀ ਨੋਟਿਸ ਕਰੇ, ਲੇਕਿਨ ਇੱਕ ਸੈਕਿੰਡ ਸਵਾਲ ਸੁਣ ਲਓ, ਤੁਹਾਡੇ ਹੀ ਹੈ, ਸੁਣ ਲਓ ਢਾਂਡਾ ਸਾਹਿਬ, ਤੁਹਾਨੂੰ ਹੀ ਹੈ, ਤੁਹਾਡੇ ਕੋਲ ਹੀ ਆ ਰਹੇ ਇੱਕ ਸੈਕਿੰਡ, ਫਿਰ ਉਹ ਸ਼ੋਰ ਸ਼ਰਾਬੇ ਚ ਪਤਾ ਨਹੀਂ ਲੱਗਦਾ ਜੀ। ਢਾਂਡਾ ਸਾਹਿਬ ਪਲੀਜ਼। ਸ਼੍ਰੋਮਣੀ ਅਕਾਲੀ ਦਲ ਇੰਨੀ ਗੱਲ ਦੱਸ ਦੇ ਕਿ ਦੇਸ਼ ਦੇ ਰਾਸ਼ਟਰਪਤੀ ਜਦੋਂ ਨਹੀਂ ਉਦਘਾਟਨ ਕਰਦੇ ਕਿ ਇਹ ਕਨਸਟੀਟਿਊਸ਼ਨ ਨੂੰ ਢਾਹ ਨਹੀਂ ਲੱਗਦੀ, ਕਿ ਹੈਡ ਆਫ ਦਾ ਸਟੇਟ ਨੂੰ ਨਹੀਂ ਇਨੋਗਰੇਟ ਕਰਨਾ ਚਾਹੀਦਾ, ਤੇ ਬੀਜੇਪੀ ਦੇ ਸਪੋਕਸਪਰਸਨ ਕਰਨਲ ਸਾਹਿਬ ਨੇ, ਜੈਬਨ ਸਾਹਿਬ, ਇਹਨਾਂ ਨੂੰ ਮੈਂ ਪੁੱਛਦਾ ਕਿ ਕੀ ਨੈਸ਼ਨਲ ਵਾਰ ਮੈਮੋਰੀਅਲ ਜਦੋਂ ਇਨੋਗਰੇਟ ਹੋਇਆ ਸੀਗਾ ਕਿ ਚੀਫ ਆਫ ਆਰਮਡ ਫੋਰਸਿਸ ਨੂੰ ਨਹੀਂ ਇਨੋਗਰੇਟ ਕਰਨਾ ਚਾਹੀਦਾ ਸੀ? ਇੱਥੋਂ ਇੱਕ ਪੈਟਰਨ ਝਲਕਦਾ ਭਾਰਤੀ ਜਨਤਾ ਪਾਰਟੀ ਦਾ ਕਿ ਹਰੇਕ ਪਾਸੇ ਜਦੋਂ ਵੀ ਇਨੋਗਰੇਸ਼ਨ ਹੋਣੀ ਹੈ ਸਾਡਾ ਨਾਮ ਅੱਗੇ ਆਵੇ, ਅਸੀਂ ਮੇਨ ਫਰੇਮ ਦੇ ਵਿੱਚ ਰਹੀਏ, ਹੋਰ ਕੋਈ ਸਾਡੇ ਨਾਲ ਸਪੇਸ ਵੀ ਨਾ ਸ਼ੇਅਰ ਕਰੇ। ਇਹ ਭਾਰਤੀ ਜਨਤਾ ਪਾਰਟੀ ਚਾਹੁੰਦੀ। ਤੇ ਮੈਂ ਕਰਨਲ ਸਾਹਿਬ ਤੋਂ ਤਾਂ ਪੁੱਛ ਰਿਹਾ ਕਿਉਂਕਿ ਆਪ ਆਰਮੀ ਦੇ ਵਿੱਚ ਰਹੇ ਹੈ, ਤੇ ਮੈਂ ਇਹਨਾਂ ਤੋਂ ਜਵਾਬ ਚਾਹਣਾ ਹੈ ਕਿ ਨੈਸ਼ਨਲ ਵਾਰ ਮੈਮੋਰੀਅਲ ਵਾਲੇ ਕੀ ਨਹੀਂ ਜਵਾਬ ਦੇ ਦਿਓ। ਜੈਬਸ ਜੀ ਜਵਾਬ ਦੇ ਦਿਓ ਪਲੀਜ਼। ਨਹੀਂ ਇਹਨਾਂ ਚੀਜ਼ਾਂ ਦਾ ਦੇਖੋ ਬਰਾੜ ਸਾਹਿਬ, ਕੋਈ ਜਵਾਬ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਚੀਫ ਆਫ ਜਿਹੜਾ ਆਰਮੀ ਦਾ ਸੁਪਰੀਮ ਕਮਾਂਡਰ ਹੈ ਉਹੀ ਨੈਸ਼ਨਲ ਕਰੇ। ਤੁਸੀਂ ਬਾਹਰ ਦੇ ਗੈਸਟ ਨੂੰ ਵੀ ਬਣਾ ਲੈਂਦੇ ਹੋ। ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈਗੇ ਨੇ, ਕੁਝ ਸੋਚ ਸਮਝ ਕੇ ਹੀ ਕੀਤਾ ਹੋਏਗਾ। ਉਦੋਂ ਦੇ ਪ੍ਰੈਜ਼ੀਡੈਂਟ ਨੂੰ ਪੁੱਛਿਆ ਸੀਗਾ ਕਿ ਉਦੋਂ ਦੇ ਪ੍ਰੈਜ਼ੀਡੈਂਟ ਨੇ ਉਸ ਚੀਜ਼ ਨੂੰ ਉਹਦਾ ਕੋਈ ਇਤਰਾਜ਼ ਕੀਤਾ? ਉਹਦੀ ਕੋਈ ਚਿੱਠੀ ਹੈਗੀ ਹੈ ਬਾਹਰ? ਕਿਸੇ ਨੂੰ ਕੁਝ ਐਸਾ ਲੱਗਿਆ ਕਿ ਕੁਝ ਹੋਇਆ? ਸੋ ਇਹ ਪ੍ਰੋਟੋਕਾਲਸ ਜਿਹੜੇ ਹੈਗੇ ਨੇ ਇਹ ਤੁਸੀਂ ਮੈਂ ਸਾਰੇ ਨਹੀਂ ਡਿਸਾਈਡ ਕਰਦੇ। ਉੱਥੇ ਬੈਠੀ ਇੱਕ ਪੂਰੀ ਸੈਰੇਮੋਨੀਅਲ ਵਿੰਗ ਬੈਠਿਆ ਹੋਇਆ, ਆਰਮੀ ਦਾ ਬੈਠਿਆ ਹੋਇਆ, ਪ੍ਰੈਜ਼ੀਡੈਂਟ ਦਾ ਬੈਠਿਆ, ਉਹ ਡਿਸਾਈਡ ਕਰਦੇ ਨੇ। ਹੁਣ ਇਹਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਮਿਲ ਕੇ ਕੀ ਜਵਾਬ ਦਈਏ? ਮੈਂ ਤੇ ਇਹ ਪੁੱਛਣਾ ਚਾਹਨਾ ਕਿ ਮਾਨ ਸਾਹਿਬ ਨੇ ਕਿੱਦਾਂ ਅੰਡਰਮਾਈਨ ਕੀਤਾ ਸੀਗਾ ਪ੍ਰੈਜ਼ੀਡੈਂਟ ਨੂੰ ਜਦੋਂ ਇੱਥੇ ਆਏ ਸੀਗੇ ਵਿਜ਼ਿਟ ਵਾਸਤੇ? ਉਹਨਾਂ ਨੂੰ ਤੇ ਜਾ ਕੇ ਰਿਸੀਵ ਵੀ ਨਹੀਂ ਸੀ ਕੀਤਾ ਹੈ। ਛੱਜ ਤੇ ਬੋਲੇ, ਛਾਨਣੀ ਕੀ ਬੋਲੇ। ਇਹਨਾਂ ਨੂੰ ਦੇਖ ਲਓ, ਇਹਨਾਂ ਦੇ ਦਿਲ ਦੇ ਵਿੱਚ ਪ੍ਰੈਜ਼ੀਡੈਂਟ ਵਾਸਤੇ ਕਿੰਨੀ ਇੱਜ਼ਤ ਹੈਗੀ ਹੈ। ਹੁਣ ਸਡਨਲੀ ਇਹਨਾਂ ਵਾਸਤੇ ਪਿਆਰ ਤੇ ਮੁਹੱਬਤ ਜਾਗਦੀ ਜਾ ਰਹੀ ਹੈ। ਮੇਰਾ ਪੁਆਇੰਟ ਹਜੇ ਵੀ ਇਹ ਖੜਾ ਹੈ ਕਿ ਜਦੋਂ ਪ੍ਰੈਜ਼ੀਡੈਂਟ ਨੇ ਇਹਨਾਂ ਦਾ ਸਪੋਰਟ ਨਹੀਂ ਮੰਗਿਆ ਕਿ ਤੁਸੀਂ ਮੈਨੂੰ ਕਹੋ ਮੇਰੇ ਵਾਸਤੇ ਖੜੇ ਹੋ, ਤੇ ਇਹਨਾਂ ਨੂੰ ਖੜੇ ਹੋਣ ਦੀ ਕੀ ਜ਼ਰੂਰਤ ਸੀਗੀ? ਇਹਨਾਂ ਦੇ ਇੱਕ ਪਾਰਲੀਮੈਂਟ ਦਾ ਇਲੈਕਸ ਹੋ ਰਿਹਾ ਹੈ, ਉੱਥੇ ਜਾਂਦੇ, ਗੱਲਬਾਤ ਕਰਦੇ, ਬਾਅਦ ਦੇ ਵਿੱਚ ਇੰਟਰਨਲੀ ਗੱਲ ਕਰ ਲੈਂਦੇ। They could have written a letter to ਢਾਂਡਾ ਸਾਹਿਬ ਨੂੰ ਸਵਾਲ ਪੁੱਛਿਆ। ਜੈਬਨ ਸਾਹਿਬ ਨੇ ਇੱਕ ਗੱਲ ਕਹੀ ਸੀ, ਜੈਬਨ ਸਾਹਿਬ ਨੇ ਗੱਲ ਕਹੀ ਕਿ ਹੋ ਸਕਦਾ ਕਿ ਰਾਸ਼ਟਰਪਤੀ ਸਾਹਿਬ ਨੇ ਆਪ ਹੀ ਮਨਾ ਕਰਤਾ ਹੋਵੇ। ਜੈਬਨ ਸਾਹਿਬ ਨੇ ਇੱਕ ਗੱਲ ਕਹੀ ਕਿ ਹੋ ਸਕਦਾ ਰਾਸ਼ਟਰਪਤੀ ਸਾਹਿਬ ਨੇ ਆਪ ਹੀ ਇਨਕਾਰ ਕਰਤਾ ਹੋਵੇ। ਮੈਨੂੰ ਇੰਨੀ ਗੱਲ ਦੱਸ ਦਿਓ ਜੈਬਨ ਸਾਹਿਬ ਕਿ ਕਿਹੜੀ ਤਰੀਕ ਨੂੰ ਰਾਸ਼ਟਰਪਤੀ ਸਾਹਿਬ ਨੇ ਇਨਕਾਰ ਕੀਤਾ ਵੀ ਮੈਂ ਨਹੀਂ ਇਨੋਗਰੇਸ਼ਨ ਕਰਨੀ, ਕਿਹਨੂੰ ਕਿਹਾ ਤੇ ਕਿੱਥੇ ਕਿਹਾ? ਜੋ ਤੁਸੀਂ ਕਿਹਾ ਵੀ ਹੋ ਸਕਦਾ ਕਹਿਤਾ ਹੋਵੇ ਰਾਸ਼ਟਰਪਤੀ ਸਾਹਿਬ ਨੇ ਆਪ ਹੀ ਕਿ ਮੈਂ ਇਨੋਗਰੇਸ਼ਨ ਹੀ ਨਹੀਂ ਕਰਨਾ ਚਾਹੁੰਦੀ। ਜਦੋਂ ਹੋ ਸਕਦਾ ਹੀ ਕਹਿ ਰਹੇ ਆ ਤਾਂ ਫਿਰ ਉਹਨਾਂ ਕੋਲੇ ਫਿਰ ਹੋ ਸਕਦਾ, ਜਦੋਂ ਹੋ ਸਕਦਾ ਹੀ ਹੈ ਨਾ, ਫਿਰ ਜੇ ਹੋ ਸਕਦਾ ਤੇ ਹੋ ਸਕਦਾ ਹੀ ਹੁੰਦਾ। ਜਦੋਂ ਕਨਵੇ ਨਹੀਂ ਹੋਇਆ ਫਿਰ ਇਹ ਹੋ ਵੀ ਨਹੀਂ ਸਕਦਾ। ਢਾਂਡਾ ਸਾਹਿਬ ਨੂੰ ਪੁਆਇੰਟ ਕਲੀਅਰ ਕਰ ਦਵਾਂ ਜੀ, ਮੈਨੂੰ ਇੱਕ ਪੁਆਇੰਟ ਦੇ ਦਿਓ ਜੀ। ਜੀ ਹੁਣੇ ਰੀਸੈਂਟਲੀ 5 ਆਰਮਡ ਰੈਜੀਮੈਂਟਸ ਦਾ ਸੂਰਤਗੜ੍ਹ ਦੇ ਵਿੱਚ ਉਹਨਾਂ ਨੂੰ ਸਟੈਂਡਰਡ ਪ੍ਰੈਜੈਂਟੇਸ਼ਨ ਹੋਈ ਹੈ।
ਸਟੈਂਡਰਡ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਔਨ ਬਿਹਾਫ ਆਫ ਦਾ ਪ੍ਰੈਜ਼ੀਡੈਂਟ ਹੁੰਦੀ ਹੈ। ਉਹ ਸਟੈਂਡਰਡ ਪ੍ਰੈਜੈਂਟੇਸ਼ਨ ਦਾ ਚੀਫ ਗੈਸਟ ਚੀਫ ਆਫ ਆਰਮੀ ਸਟਾਫ ਸੀਗਾ, ਪ੍ਰੈਜ਼ੀਡੈਂਟ ਨਹੀਂ ਸੀਗਾ। ਇਹ ਮੈਂ ਤੁਹਾਨੂੰ ਦੱਸ ਰਿਹਾ, ਹੁਣੇ ਹੀ ਹੋਇਆ 1 ਮਹੀਨਾ ਪਹਿਲੇ, ਬੇਸ਼ੱਕ ਤੁਸੀਂ ਜਾ ਕੇ ਪੜ੍ਹ ਲਓ ਉਹਦੇ ਵਿੱਚ। ਸੋ ਹਰ ਜਗ੍ਹਾ ਪ੍ਰੈਜ਼ੀਡੈਂਟ ਨਹੀਂ ਜਾਂਦਾ, ਪ੍ਰੈਜ਼ੀਡੈਂਟ ਡੈਲੀਗੇਟ ਵੀ ਕਰਦਾ ਹੈ, ਪ੍ਰੈਜ਼ੀਡੈਂਟ ਦੀ ਆਪਣੀ ਮਰਜ਼ੀ ਵੀ ਹੁੰਦੀ ਹੈ। ਇਹਨਾਂ ਚੀਜ਼ਾਂ ਦੇ ਬਾਰੇ ਕੋਈ ਡਿਸਕਸ਼ਨ ਹੁੰਦੀਆਂ ਨੇ, ਸੈਰੇਮੋਨੀਅਲਸ ਹੁੰਦੀਆਂ ਨੇ, ਸਾਰਾ ਕੁਝ ਨਹੀਂ ਹੁੰਦਾ। ਕਿਉਂ ਵਾਈ ਡਿਡ ਦ ਪ੍ਰੈਜ਼ੀਡੈਂਟ ਨੇ ਡੈਲੀਗੇਟ ਕੀਤਾ ਪ੍ਰਾਈਮ ਮਿਨਿਸਟਰ ਨੂੰ? ਤੁਸੀਂ ਕਲੀਅਰ ਕਰ ਦਿਓ ਨਾ ਗੱਲ ਨੂੰ, ਤੁਸੀਂ ਕਹਿ ਦਿਓ ਜੀ ਕਿੱਥੇ ਗੱਲ ਖਤਮ ਹੁੰਦੀ ਹੈ। ਜਦੋਂ ਪ੍ਰੈਜ਼ੀਡੈਂਟ ਹੀ ਇਹਨਾਂ ਨੂੰ ਨਹੀਂ ਕਹਿ ਰਿਹਾ ਕਿ ਕੋਈ ਪ੍ਰੋਬਲਮ ਹੈਗੀ ਹੈ, ਤੇ ਇਹ ਕਾਹਦੇ ਵਾਸਤੇ ਪ੍ਰੋਬਲਮਸ ਖੜੀਆਂ ਕਰਦੇ ਫਿਰ ਰਹੇ ਨੇ? ਟਾਂਡਾ ਸਾਹਿਬ ਸਰ, ਜਿੰਨੇ ਵੀ ਮੈਂ ਪਾਸਟ ਦੱਸੇ ਹੈ, ਇਹ ਨਹੀਂ ਕਿਹਾ ਕਿ ਕਾਂਗਰਸ ਨੇ ਗਲਤ ਕੀਤਾ ਹੈ। ਭਾਈ ਇੰਨੀ ਗੱਲ ਦੱਸੋ ਟਾਂਡਾ ਸਾਹਿਬ ਕਿ ਪ੍ਰੈਜ਼ੀਡੈਂਟ ਸਾਹਿਬ ਨਹੀਂ ਇਨੋਗਰੇਟ ਕਰ ਰਹੇ, ਠੀਕ ਹੈ ਤੁਹਾਡੇ ਲਈ? ਸਰ ਤੁਸੀਂ ਸ਼ਾਂਤੀ ਰੱਖ ਲਓ। ਤੁਸੀਂ ਇੰਦਰਾ ਗਾਂਧੀ ਜੀ ਦੇ ਸਮੇਂ ਬਿਲਡਿੰਗ ਬਣਾ ਲੈਂਦੇ, ਇੰਦਰਾ ਗਾਂਧੀ ਜੀ ਕਰ ਲੈਂਦੇ, ਅਸੀਂ ਤਾਂ ਵੀ ਜਾਂਦੇ। ਤੁਸੀਂ ਕਿਉਂ ਇੰਨੇ ਨਾਰਾਜ਼ ਹੋਏ ਹੋ? ਸਰ ਨਾਰਾਜ਼ਗੀ ਤੁਹਾਡਾ ਕਾਹਦੀ ਰਹੀ? ਹੁਣ 3 ਸੀਟਾਂ ਤੇ ਤਾਂ ਆ ਗਏ। ਸਰ 3 ਸੀਟਾਂ ਤੇ ਆ ਗਏ, ਤੁਹਾਡਾ ਤਾਂ ਲੀਡਰ ਆਫ ਆਪੋਜੀਸ਼ਨ ਹੀ 44 ਤੇ ਆ ਗਏ, ਗੱਲਾਂ ਕੋਈ ਕਰਨ ਦੀਆਂ। ਲੀਡਰ ਆਫ ਆਪੋਜੀਸ਼ਨ ਫਿਰ ਵੀ ਪਾਰਲੀਮੈਂਟ ਦੇ ਵਿੱਚ ਮੇਜਰ ਆਪੋਜੀਸ਼ਨ ਕੌਣ ਹੈ? ਕਾਂਗਰਸ ਹੈ। ਜ਼ਿਆਦਾ ਸਟੇਟ ਸਭ ਤੋਂ ਜ਼ਿਆਦਾ ਆਪੋਜੀਸ਼ਨ ਦੇ ਵਿੱਚ ਕਿਹਦੇ ਕੋਲ ਹੈ? ਕਾਂਗਰਸ ਹੈ। ਮੇਰੀ ਹੁਣ ਸੁਣੋ, ਸੈਕੰਡ ਲਾਰਜੈਸਟ ਪਾਰਟੀ ਇੰਡੀਆ ਚ ਕੌਣ ਹੈ? ਕਾਂਗਰਸ ਹੈ। ਤੁਸੀਂ ਰੀਜਨਲ ਪਾਰਟੀ ਹੋ, ਰੀਜਨ ਦੇ ਵਿੱਚ ਵੀ ਆਲਮੋਸਟ ਨੈਗਲੀਜੀਬਲ ਹੋ ਗਏ। ਤੁਸੀਂ ਜਵਾਬ ਹੋਰ ਪਾਸੇ ਫੇਰ ਲੈ ਗਏ। ਪਹਿਲਾਂ ਤੁਸੀਂ ਸਵਾਲ ਕੀਤਾ ਸੀਗਾ, ਤੁਸੀਂ ਜਵਾਬ ਨਹੀਂ ਦੇ ਰਹੇ ਜੀ। ਚਲੋ ਟਾਂਡਾ ਸਾਹਿਬ ਨੂੰ ਬੋਲ, ਨਾਰਾਜ਼ਗੀ ਦੀ ਗੱਲ ਕਰ ਰਹੇ, ਮੈਂ ਕਿਉਂ ਨਾਰਾਜ਼ ਹੋਣਾ ਜੀ ਜਦੋਂ ਆਲਰੇਡੀ। ਤੁਸੀਂ ਥੋੜਾ ਜਿਹਾ ਕੂਲ ਰਹੋ, ਕੋਈ ਗੱਲ ਨਹੀਂ। ਮੈਨੂੰ ਹੁਣ ਇਹ ਲੱਗ ਰਿਹਾ ਕਿ ਹਰਦੀਪ ਜੀ ਨੂੰ ਪਤਾ ਲੱਗ ਗਿਆ ਕਿ ਗਲਤੀ ਹੋ ਗਈ ਕਾਂਗਰਸ ਕੋਲੋਂ, ਇਸ ਵਾਸਤੇ ਗਲਤੀ ਨਹੀਂ ਜੀ ਹੋਈ। ਇਹੀ ਸਟੈਂਡ ਅੱਜ ਵੀ ਕਾਇਮ ਹੈ ਤੇ ਇਹੀ ਅੱਗੇ ਵੀ ਰਹੂਗਾ। ਸਾਡਾ ਤਾਂ 2020 ਦੇ ਵਿੱਚ ਵੀ ਇਹੀ ਸਟੈਂਡ ਸੀਗਾ। ਦਸੰਬਰ 11 2020 ਨੂੰ ਗਈ ਹੈ, ਇਸੇ ਵਾਸਤੇ ਦੀ ਫਰਸਟ੍ਰੇਸ਼ਨ ਹੈ। ਦਸੰਬਰ 11 2020 ਨੂੰ ਵੀ ਇਹੀ ਸਟੈਂਡ ਸੀਗਾ ਜੈਵਨ ਸਾਹਿਬ ਸਾਡਾ ਤਾਂ, ਜਦੋਂ ਤੁਸੀਂ ਫਾਊਂਡੇਸ਼ਨ ਸਟੋਨ ਨਹੀਂ ਲੇ ਡਾਊਨ ਕੀਤਾ। ਕਾਂਗਰਸ ਤੇ ਹਲੇ ਸਮਰਥਨ ਬਾਰੇ ਸਲਾਹ ਲੈ ਰਹੀ ਹੈ, ਹਲੇ ਦਿੱਤਾ ਨਹੀਂ ਹੈ। ਦਿੱਲੀ ਆਰਡੀਨੈਂਸ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਲੀਡਰਸ਼ਿਪ ਨੂੰ ਪੁੱਛਾਂਗੇ ਔਰ ਪੰਜਾਬ ਲੀਡਰਸ਼ਿਪ ਦੀ ਸਲਾਹ ਲੈ ਰਹੀ ਹੈ। ਉਹ ਚਲੋ ਖੈਰ ਉਹ ਇੱਕ ਵੱਖਰਾ ਮੁੱਦਾ, ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ। ਟਾਂਡਾ ਸਾਹਿਬ ਦੀ ਗੱਲ ਵਿੱਚ ਰਹਿ ਗਈ ਸੀ, ਟਾਂਡਾ ਸਾਹਿਬ ਸ਼ੋਰ ਸ਼ਰਾਬੇ 'ਚ ਰਹਿ ਗਿਆ, ਤੁਸੀਂ ਥੋੜਾ ਜਿਹਾ ਤਲਖੀ 'ਚ ਆ ਗਏ ਸੀ ਜੀ। ਤਲਖੀ ਨਹੀਂ ਜੀ, ਬਿਲੋ ਦੀ ਬੈਲਟ ਹੀ ਕਰਨੀ ਹੈ ਹਮੇਸ਼ਾ। ਗੱਲ ਇਹ ਹੈ ਕਿ ਵੀ ਅਸੀਂ ਮੈਂਸ਼ਨ ਕੀਤਾ ਪਾਸਟ ਕੇ ਪਾਸਟ ਇੰਸਟੈਂਸਸ ਨੇ, ਪ੍ਰੈਸੀਡੈਂਟਸ हैं and prime minister as chief executive कर रहा है, there is no bad in it। मेरी पर्सनल फीलिंग है, मैं गलत भी साबित हो सकता है कि another function is going to be there ਜਿਹਦੇ ਵਿੱਚ president ही लीड करनगे। this is a building structure ਜਿਹਦੇ ਵਿੱਚ prime minister secretariat भी है, prime minister ਦੀ residence भी है, security ਦਾ ਵੀ ਹੈ। it's a huge project। basis ਕੀ ਹੈ ਵੀ ਅਗਲੀ ਕਰਨਗੇ? my god, ਇੱਕ ਗੱਲ ਦੱਸਾਂ ਕੀ ਹੈ, should I cry ਕਿ ਭਗਵੰਤ ਮਾਨ ਮੈਨੂੰ ਪੁੱਛ ਕੇ ਗੱਲ ਦੱਸ ਦਿਓ ਵੀ ਇਹਦਾ ਬੇਸਿਸ ਕੀ ਅਗਲੀ ਵਾਰੀ ਪ੍ਰੈਜ਼ੀਡੈਂਟ ਸਾਹਿਬ ਇਨੋਗਰੇਟ ਕਰਨਗੇ? ਮੈਨੂੰ ਇਹਦਾ ਬੇਸਿਸ ਕੀ ਹੈ ਕਿ ਤੁਹਾਨੂੰ ਪੁੱਛ ਕੇ ਹੀ ਸਾਰੇ ਕੰਮ ਕਰਨ। ਤੁਸੀਂ ਖਾਦੇ ਪੀਤੇ ਗਏ ਹੁਣ ਅਗਲੇ ਆਪਣੀ ਮਰਜ਼ੀ ਨਾਲ ਚਲਾਉਂਦੇ ਆ, ਤੁਸੀਂ ਆਪਣੀ ਮਰਜ਼ੀਆਂ ਬੜੀਆਂ ਚਲਾਈਆਂ। ਤੁਸੀਂ ਗਿਆਨੀ ਜ਼ੈਲ ਸਿੰਘ ਜੀ ਨੂੰ ਰਾਸ਼ਟਰਪਤੀ ਭਵਨ 'ਚ ਡੱਕ ਦਿੱਤਾ ਸੀ, ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ ਸੀ ਰਾਈਟਸ ਦੇ ਵਿੱਚ। ਤੁਸੀਂ 50,000 ਬੰਦਿਆਂ ਦਾ ਕਤਲੇਆਮ ਕਰਕੇ ਅਕਾਲੀ ਦਲ ਇੰਨੀ ਗੱਲ ਤਾਂ ਦੱਸ ਦੇ ਵੀ ਪ੍ਰੈਜ਼ੀਡੈਂਟ ਸਾਹਿਬ ਤੁਸੀਂ ਕਹਿ ਰਹੇ ਹੋ ਜਲਦੀ ਇਨੋਗਰੇਸ਼ਨ ਕਰਨਗੇ, ਕਿਹੜੇ ਬੇਸਿਸ ਤੇ ਕਰਨਗੇ ਇਹ ਤਾਂ ਦੱਸ ਦਿਓ। ਇਹ ਗੱਲ ਦੇ ਪਿੱਛੇ ਬੈਕਗ੍ਰਾਉਂਡ ਹੈ, ਬੇਸਿਸ ਕੀ ਹੈ? ਉਹ ਕਹਿ ਰਹੇ ਨੇ ਕਿ ਪ੍ਰੈਜ਼ੀਡੈਂਟ ਵਿਲ ਕੈਰੀ ਆਊਟ ਅਨਦਰ ਫੰਕਸ਼ਨ। ਇੱਕ ਰਾਸ਼ਟਰਪਤੀ ਹੋਣ ਗਿਆ, ਉਹ ਡਿਵੀਜ਼ਨ ਆਫ ਰਿਸਪੌਂਸਿਬਿਲਿਟੀ ਹੈ। ਸਰ ਮੇਨ ਫੰਕਸ਼ਨ ਤੇ ਤਾਂ ਬੁਲਾਇਆ ਨਹੀਂ, ਤੁਸੀਂ ਸੈਕੰਡਰੀ ਫੰਕਸ਼ਨ ਕਰ ਰਹੇ ਹੋ। ਮੇਨ ਫੰਕਸ਼ਨ ਤੇ ਤਾਂ ਬੁਲਾਇਆ ਨਹੀਂ, ਔਰ ਉੱਪਰੋਂ ਤੁਸੀਂ ਅਕਾਲੀ ਦਲ ਦੇਖੋ ਕਿੰਨੀ ਵੱਡੀ ਗੱਲ ਕਹਿੰਦਾ ਕਾਂਗਰਸ ਆਪਣੀ ਟੀਮ ਆਪਣੀ ਕਰਦੀ ਰਹੀ, ਭਾਰਤੀ ਜਨਤਾ ਪਾਰਟੀ ਆਪਣੀ ਕਰਦੀ ਰਹੇਗੀ। ਦੇਖੋ ਕਿਹੋ ਜਿਹੀ ਗੱਲਾਂ ਕਰ ਰਹੇ ਨੇ ਕਿ ਜੋ ਕਾਂਗਰਸ ਕਰਦੀ ਹੈ ਕਿਉਂ ਬੀਜੇਪੀ ਨੂੰ ਫਾਲੋਅਰ ਬਣਾ ਲਓ। ਬੀਜੇਪੀ ਨੂੰ ਕਹੋ ਵੀ ਤੁਸੀਂ ਕਰੈਕਟਿਵ ਮੇਜਰ ਕਰ ਲਓ, ਕਾਹਦੇ ਲਈ ਦੂਜੇ ਪਾਸੇ ਲੈ ਜਾਂਦੇ ਹੋ? ਮੇਨ ਫੰਕਸ਼ਨ ਉਹ ਹੋਏਗੀ ਜਦੋਂ ਤੁਹਾਨੂੰ ਤਾਂ ਪਤਾ ਹੀ ਨਹੀਂ, ਤੁਸੀਂ ਤਾਂ ਕਿਹਾ ਵੀ ਮੈਨੂੰ ਪਤਾ ਹੀ ਨਹੀਂ, ਉਹ ਹੈ ਪ੍ਰੈਜ਼ੀਡੈਂਟ ਅਵੇਲੇਬਲ ਨਹੀਂ ਸੀ, ਲਗਾਣਾ ਮੇਨ ਫੰਕਸ਼ਨ ਨਹੀਂ ਹੁੰਦੀ ਹੈ। ਨਹੀਂ ਪਤਾ ਮੈਂਬਰ ਪਾਰਲੀਮੈਂਟ ਤੋਂ ਐਡਵਾਈਸ ਲਿੱਤੀ, ਤੁਹਾਨੂੰ ਇਹ ਨਹੀਂ ਪਤਾ ਉੱਥੇ ਕੀ ਹੋਇਆ, ਤੁਹਾਨੂੰ ਇਹ ਨਹੀਂ ਪਤਾ ਪ੍ਰੈਜ਼ੀਡੈਂਟ ਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ, ਤੁਹਾਨੂੰ ਤਾਂ ਪਤਾ ਹੀ ਕੁਝ ਨਹੀਂ, ਤੁਸੀਂ ਕੁਝ ਵੀ ਕਹਿ ਸਕਦੇ ਹੋ। ਤੁਹਾਨੂੰ ਸਭ ਕੁਝ ਪਤਾ ਹੈ, ਤੁਸੀਂ ਦੱਸੋ ਤੁਹਾਡੇ ਰਾਘਵ ਚੱਡਾ ਨੇ ਤੁਹਾਨੂੰ ਸਾਰਾ ਕੁਝ ਪਤਾ ਹੈ ਕਿ ਆਮ ਆਦਮੀ ਪਾਰਟੀ ਬਾਰੇ ਪੁੱਛੋ, ਪੰਜਾਬ ਬਾਰੇ ਪੁੱਛੋ, ਜਵਾਬ ਪੁੱਛੋ ਸਰ, ਗੱਲ ਹੋਣੀ ਚਾਹੀਦੀ ਹੈ। ਗੱਲਾਂ ਤੁਸੀਂ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਤੁਸੀਂ ਦੱਸੋ ਤੁਸੀਂ ਪਹਿਲੇ ਕਿਉਂ ਨਹੀਂ ਗੱਲ ਕੀਤੀ? ਔਰ ਕਰਦੇ ਕੀ ਪਹਿਲੇ ਤੁਸੀਂ ਗੱਲ ਪਾਸੇ ਗੱਲ ਨੂੰ ਲਈ ਜਾਂਦੇ ਹੋ। ਦੱਸੋ ਤੁਸੀਂ ਐਡਮਿਟ ਕੀਤਾ ਗਿਆ, ਤੁਹਾਨੂੰ ਨਹੀਂ ਪਤਾ। ਇਸ ਤਰੀਕੇ ਨਾਲ ਤਾਂ ਫਿਰ ਤਾਨੇ ਮੇਰੇ ਚੱਲਦੇ, ਮੈਂ ਇੰਟਰਫੇਅਰ ਨਹੀਂ ਕਰ ਰਿਹਾ ਸੀ, ਪਰ ਫਿਰ ਡੀਰੇਲ ਹੋ ਜਾਂਦਾ ਹੈ।
ਅਸਲ ਦੇ ਵਿੱਚ ਮੁੱਦਾ ਸਿਰਫ ਇੰਨਾ ਹੀ ਹੈ ਵੀ ਉਦਘਾਟਨ ਹੋ ਰਿਹਾ ਹੈ ਔਰ ਉਦਘਾਟਨ ਤੇ ਜਿਹੜੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਉਹਨਾਂ ਦੇ ਸਵਾਲ ਨੇ ਔਰ ਉਹ ਸਵਾਲ ਨੂੰ ਲੈ ਕੇ ਤਰਕ ਕੀ ਨੇ ਔਰ ਜਿਹੜੀ ਦੂਸਰੀਆਂ ਪਾਰਟੀਆਂ ਸਪੋਰਟ ਦੇ ਵਿੱਚ ਨੇ ਜਾਂ ਜਿਹੜੀਆਂ ਹਿੱਸਾ ਲੈ ਰਹੀਆਂ ਨੇ ਉਹਨਾਂ ਦੇ ਤਰਕ ਕੀ ਨੇ। ਮੁੱਦਾ ਸਿਰਫ ਇੰਨਾ ਕੁ ਹੈ ਔਰ ਉਸ ਮੁੱਦੇ ਨੂੰ ਲੈ ਕੇ ਫਿਰ ਆਪਾਂ ਉਸ ਤਰੀਕੇ ਨਾਲ ਮੇਰੋ ਮੇਣੀ ਹੋਣਾ ਉਹ ਕਈ ਵਾਰੀ ਜਾਇਜ਼ ਨਹੀਂ ਲੱਗਦਾ। ਆਪਾਂ ਸਿਰਫ ਇੱਕ ਵਰਸ਼ਨ ਜਾਨਣਾ ਚਾਹੁੰਦੇ ਹਾਂ ਜਾਂ ਤਰਕ ਜਾਨਣਾ ਚਾਹੁੰਦੇ ਹਾਂ ਕਿ ਉਸ ਦੇ ਪਿੱਛੇ ਤਰਕ ਕੀ ਸੀ। ਸੋ ਮੈਂ ਆਖਰੀ ਆਪਣੇ ਕੋਲੇ 2 ਮਿੰਟ ਨੇ, ਮੈਂ ਇੱਕ ਛੋਟਾ 30 ਸੈਕਿੰਡ ਸਾਰੀਆਂ ਪਾਰਟੀਆਂ ਤੋਂ ਕਮੈਂਟ ਲੈਣਾ